ਦਿਨਸ ਰਹਿ ਨਾਰੇ। ਮਨ ਗੁਰ ਮਿਲ ਕਾਜ ਸਵਾਰੇ। ਇਹੋ ਸੰਸਾਰ ਬਿਕਾਰ ਸੰਸੇ ਮੈਂ। ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪੀਆਵੈ ਇਹੋ ਰਸ। ਆਕਥ ਕਥਾ ਤੇ ਨ ਜਾਨੀ। ਜਾ ਕੋ ਆਏ ਸੋਈ ਬਿਹਾਜੋ। ਹਰ ਗੁਰ ਤੇ ਮਨਹਿ ਬਸੇਰਾ। ਨਿਜ ਕਰ ਮਹਿਲ ਪਾਵੈ। ਸੁਖ ਸਹਜੇ ਬੋਰ ਨਾ ਹੋਏ ਗੋਪੇਰਾ। ਅੰਤਰ ਜਾਮੀ ਪੁਰਖ ਬਿਦਾਤੇ। ਸਰਦਾ ਮਨ ਕੀ ਨਾਨਕ ਦਾਸ। ਇਹ ਸੁਖ ਮੰਗੈ ਮੁਕੋ ਕਰ ਸੰਤਨ ਕੀ ਧੂਰੇ। ਸੁਖੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੇ ਨੂਰ ਅਰਸੋਂ ਕੁਰਸੋਂ ਝਟੀਐ। ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾ। ਘਰ ਚੌਥਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਰਤ ਫਿਰੇ ਬਨ ਭੇਖ। ਮੋਹਨ ਰਹਿਤ ਨਿਰਾਰ ਰਹਾਉ। ਕਥਨ ਸੁਨਾਵਨ ਗੀਤ ਨੀਕੇ। ਗਾਵਨ ਮਨ ਮੈਂ ਧਰਤੇ ਗਾਰ। ਅਤ ਸੁੰਦਰ ਬੋ ਚਤੁਰ ਸਿਆਣੈ। ਵਿਦਿਆ ਰਸਨਾ ਚਾਰ। ਕਰਤ ਫਿਰੇ ਬਨ ਭੇਖ। ਮੋਹਨ ਰਹਿਤ ਨਿਰਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਵਿੱਤਰ ਦਰਬਾਰ ਦੇ ਅੰਦਰ ਵਿੱਚ ਬੈਠ ਕੇ ਆਪ ਸੰਗਤਾਂ ਨੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ੍ਰੀ ਆਸਾ ਦੀ ਵਾਰ ਗੁਰਬਾਣੀ ਸਰਵਣ ਕਰਕੇ ਆਪਣੇ ਸਮੇਂ ਨੂੰ, ਆਪਣੇ ਸਵਾਸਾਂ ਨੂੰ, ਆਪਣੇ ਜੀਵਨ ਨੂੰ ਸਫਲਾ ਬਣਾਇਆ। ਇਸ ਵੇਲੇ ਲੜੀਵਾਰ ਗੁਰਬਾਣੀ ਦੀ ਕਥਾ ਜੋ ਸਤਿਗੁਰੂ ਜੀ ਸਾਨੂੰ ਹਰ ਰੋਜ਼ ਅੰਮ੍ਰਿਤ ਵੇਲੇ ਬਖਸ਼ਦੇ ਨੇ। ਆਓ ਕੁਝ ਸਮੇਂ ਲਈ ਆਪਣੇ ਮਨ ਨੂੰ ਟਿਕਾਈਏ ਗੁਰੂ ਚਰਨਾਂ ਦੇ ਵਿੱਚ। ਭਾਵਨਾ ਸ਼ਰਧਾ ਦੇ ਨਾਲ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾ। ਘਰ ਚੌਥਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਦੇਵ ਗੰਧਾਰੀ ਦੇ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀਆਂ ਦਾ ਉਪਦੇਸ਼ ਆਪਾਂ ਸਰਵਣ ਕਰ ਰਹੇ ਹਾਂ। ਚੌਥੇ ਘਰ ਦੇ ਅੰਦਰ ਗਾਉਣ ਦਾ ਹੁਕਮ ਰਾਗੀ ਸਿੰਘਾਂ ਨੂੰ, ਗਵਈਆਂ ਨੂੰ ਕਰਦੇ।
ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ। ਗੁਰੂ ਕਿਰਪਾ ਨਾਲ, ਗੁਰੂ ਰਹਿਮਤ ਨਾਲ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਜੀ ਬਖਸ਼ਦੇ ਹਨ। ਕਰਤ ਫਿਰੇ ਬਨ ਭੇਖ, ਮੋਹਨ ਰਹਿਤ ਨਿਰਾਰ। ਸੰਸਾਰ ਦੇ ਵਿੱਚ ਲੋਕ ਪਖੰਡ ਕਿਵੇਂ ਕਰਦੇ ਨੇ? ਪਖੰਡੀ ਲੋਕਾਂ ਦਾ ਕੀ ਕਰਮ ਹੈ? ਕੀ ਉਹਨਾਂ ਨੂੰ ਪਰਮਾਤਮਾ ਪ੍ਰਾਪਤ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ? ਇਹ ਸਵਾਲ ਕਿਸੇ ਗੁਰਸਿੱਖ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਅੱਗੇ ਰੱਖਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਰਤ ਭੇਖ, ਜਿਹੜੇ ਲੋਕ ਕੱਲਾ ਭੇਸ਼ ਬਣਾਉਂਦੇ ਬਾਹਰਲਾ, ਅੰਦਰ ਕੁਝ ਪ੍ਰਾਪਤੀ ਨਹੀਂ ਹੈ, ਬਾਹਰੋਂ ਭੇਖ ਬਣਾਇਆ ਹੋਇਆ, ਮੈਂ ਸਾਧੂ ਹਾਂ, ਮੈਂ ਸੰਤ ਹਾਂ, ਮੈਂ ਫਕੀਰ ਹਾਂ, ਮੈਂ ਤਿਆਗੀ ਹਾਂ, ਮੈਂ ਵੈਰਾਗੀ ਹਾਂ। ਕਰਤ ਭੇਖ, ਜਿਹਨੇ ਕੇਵਲ ਬਾਹਰੋਂ ਹੀ ਆਪਣਾ ਡਿਜ਼ਾਈਨ ਬਣਾਇਆ, ਬਾਹਰੋਂ ਬਣਿਆ ਵੀ ਮੈਂ ਰੱਬ ਨਾਲ ਜੁੜਿਆ ਹੋਇਆ। ਭੇਖ ਉਹਨੂੰ ਕਿਹਾ ਜਾਂਦਾ ਹੈ ਜਿਵੇਂ ਨਾਟਕਾਂ ਦੇ ਵਿੱਚ ਕਲਾਕਾਰ ਕੰਮ ਕਰਦੇ। ਉਹ ਇੱਕ ਨਾਟਕ ਦਾ, ਇੱਕ ਕਲਾਕਾਰ ਦਾ ਨਾਟਕ ਵਿੱਚ ਭੇਖ ਹੈ, ਜੋ ਉਹ ਕਰਕੇ ਵਿਖਾਉਂਦਾ ਪਿਆ ਅਸਲ ਵਿੱਚ ਹੈ ਨਹੀਂ ਹੈ। ਇਸੇ ਤਰ੍ਹਾਂ ਇਹ ਜ਼ਿੰਦਗੀ ਵੀ ਸੰਸਾਰ ਦੇ ਲੋਕਾਂ ਦੀ ਨਾਟਕ ਬਣੀ ਹੋਈ ਹੈ, ਜੋ ਅਸੀਂ ਵਿਖਾਉਂਦੇ ਹਾਂ ਦੁਨੀਆ ਨੂੰ ਵੀ ਮੈਂ ਬੜਾ ਹੀ ਚੰਗਾ ਹਾਂ, ਮੇਰਾ ਸੁਭਾਅ ਚੰਗਾ ਹੈ, ਮੈਂ ਬੜਾ ਗੁਣੀ ਹਾਂ, ਮੈਂ ਬੜਾ ਪਰਉਪਕਾਰੀ ਹਾਂ। ਜੋ ਕੁਝ ਅਸੀਂ ਦੁਨੀਆ ਨੂੰ ਵਿਖਾਉਂਦੇ ਹਾਂ ਅਸਲ ਵਿੱਚ ਉਹ ਹੁੰਦੇ ਨਹੀਂ ਆ। ਅਤੇ ਜੇ ਅਸੀਂ ਵਿਖਾਉਣ ਵਾਸਤੇ ਹੈਗੇ ਨਹੀਂ ਤਾਂ ਇਹਦਾ ਮਤਲਬ ਇਹ ਹੈ ਵੀ ਅਸੀਂ ਵੀ ਭੇਖ ਧਾਰੀ ਹਾਂ। ਇੱਥੇ ਇਕੱਲੇ ਸੰਨਿਆਸੀ ਸਾਧੂਆਂ ਦੀ ਗੱਲ ਨਹੀਂ ਕੀਤੀ ਹੈ, ਇੱਥੇ ਉਹਨਾਂ ਲੋਕਾਂ ਦੀ ਗੱਲ ਕੀਤੀ ਹੈ, ਭਾਵੇਂ ਅਸੀਂ ਘਰਾਂ ਦੇ ਵਿੱਚ ਵੀ ਰਹਿੰਦੇ ਹਾਂ ਪਰ ਜੋ ਅਸੀਂ ਕਰਕੇ ਵਿਖਾਉਂਦੇ ਹਾਂ ਉਹ ਅਸੀਂ ਅੰਦਰੋਂ ਹੈ ਨਹੀਂ। ਇਹਦਾ ਮਤਲਬ ਇਹ ਹੈ ਵੀ ਅਸੀਂ ਵੀ ਭੇਖ ਧਾਰੀ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਕਰਤ ਭੇਖ, ਜਿੰਨੇ ਮਰਜ਼ੀ ਬਾਹਰੋਂ ਲੋਕਾਂ ਨੂੰ ਬਣ ਬਣ ਕੇ ਚੰਗਾ ਵਿਖਾ, ਚੰਗੇ ਕੱਪੜੇ ਪਾ, ਬਾਹਰੋਂ ਸਾਧੂ ਸੰਤ ਲੱਗ। ਅਤੇ ਦੂਜਾ ਬਚਨ ਮਹਾਰਾਜ ਕਹਿਣ ਲੱਗੇ, ਫਿਰੇ ਬਨ। ਅਤੇ ਜੇ ਜ਼ਿਆਦਾ ਉਪਮਾ ਕਰਾਉਣੀ ਹੈ ਤਾਂ ਘਰ ਛੱਡ ਕੇ ਜੰਗਲ ਵਿੱਚ ਚਲੇ ਜਾ। ਤੇਰੇ ਪਿੰਡ ਦੇ ਵਿੱਚ, ਤੇਰੇ ਇਲਾਕੇ ਵਿੱਚ ਰੌਲਾ ਪੈ ਜਾਏਗਾ ਵੀ ਇਹ ਤਾਂ ਬੰਦਾ ਬੜਾ ਸਾਧੂ ਹੈ ਅਤੇ ਜੰਗਲ ਵਿੱਚ ਰਹਿੰਦਾ, ਵੇਖੋ ਤਪ ਕਰਦਾ, ਵੇਖੋ ਬੰਦਗੀ ਕਰਦਾ, ਵੇਖੋ ਇਹ ਨਾਮ ਸਿਮਰਦਾ। ਇੱਕ ਤਾਂ ਆਪਣੇ ਪਿੰਡ ਨਗਰ ਦੇ ਵਿੱਚ ਰਹਿ ਕੇ ਭੇਖ ਬਣਾਇਆ ਵੀ ਦੁਨੀਆ ਦੇ ਵਿੱਚ ਮੈਨੂੰ ਲੋਕ ਚੰਗਾ ਕਹਿਣ। ਦੂਜਾ ਨੰਬਰ ਇਹ ਕਰ ਲਿਆ ਵੀ ਮੈਂ ਜੰਗਲ ਵਿੱਚ ਚੱਲਿਆ, ਮੈਂ ਤੀਰਥ ਯਾਤਰਾ ਚੱਲਿਆ, ਮੈਂ ਪਹਾੜਾਂ ਦੀ ਗੁਫਾ ਵਿੱਚ ਜਾ ਕੇ ਬੈਠਾਂਗਾ, ਮੈਂ ਜੰਗਲ ਦੇ ਵਿੱਚ ਜਾ ਕੇ ਬੈਠਾਂਗਾ, ਉੱਥੇ ਮੈਂ ਬੜਾ ਤਪ ਕਰਾਂਗਾ, ਪਰ ਕੀਤਾ ਕੋਈ ਨਹੀਂ ਹੈ। ਮਹਾਰਾਜ ਅੱਗੇ ਫਰਮਾਉਂਦੇ ਹਨ, ਮੋਹਨ ਰਹਿਤ ਨਿਰਾਰ। ਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਇਸ ਤਰ੍ਹਾਂ ਉਹ ਜਿਹੜਾ ਮੋਹਨ ਹੈ ਪਰਮਾਤਮਾ ਪ੍ਰਾਪਤ ਨਹੀਂ ਹੁੰਦਾ ਹੈ। ਰਾਉ ਕਥਨ ਸੁਨਾਵਨ, ਗੀਤ ਨੀਕੇ ਗਾਵਨ, ਮਨ ਮੈਂ ਧਰਤੇ ਗਾਰ। ਕਹਿਣ ਲੱਗੇ, ਮਨ ਮੈਂ ਧਰਤੇ ਗਾਰ, ਮਨ ਦੇ ਵਿੱਚ ਗਾਰ ਕਹੀਏ ਹੰਕਾਰ ਧਾਰਨ ਕਰਨਾ ਵੀ ਮੈਂ ਵੇਖੋ ਜੰਗਲ ਵਿੱਚ ਆ ਕੇ ਬੈਠਾ। ਪਹਿਲੀ ਪੰਕਤੀ ਆਪਾਂ ਪੜ੍ਹੀ ਹੈ ਨਾ ਵੀ ਜੰਗਲ ਵਿੱਚ ਤੁਰਿਆ ਫਿਰਿਆ, ਪਰ ਮਨ ਵਿੱਚ ਗਾਰ ਕਹੀਏ ਹੰਕਾਰ ਹੈ ਵੀ ਮੈਂ ਜੰਗਲ ਵਿੱਚ ਆਇਆ, ਮੇਰਾ ਸਾਰਾ ਪਿੰਡ ਤੇ ਉੱਥੇ ਹੀ ਬੈਠਾ ਹੋਇਆ। ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਵੀ ਰੱਬ ਕਿਵੇਂ ਪ੍ਰਾਪਤ ਕਰੀਦਾ। ਮੈਂ ਵੇਖੋ ਕਿੱਡੀ ਵੱਡੀ ਮੁਸ਼ੱਕਤ ਕੀਤੀ ਹੈ। ਅੱਜ ਮੈਂ ਤੀਰਥ ਯਾਤਰਾ 'ਤੇ ਚੱਲ ਕੇ ਆਇਆ ਹਾਂ, ਮੇਰੇ ਰਿਸ਼ਤੇਦਾਰ, ਮੇਰੇ ਸਾਕ ਸੰਬੰਧੀ, ਮੇਰੇ ਪਿੰਡ ਵਾਲੇ, ਮੇਰੇ ਨਾਲ ਜਿਹੜੇ ਜੰਮੇ ਪਲੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਇਹ ਤੀਰਥ ਹੈ ਕਿੱਥੇ, ਮੈਨੂੰ ਇਕੱਲੇ ਨੂੰ ਪਤਾ ਲੱਗਾ। ਮੈਂ ਕਰਕੇ ਚੱਲਿਆ ਇੱਥੋਂ ਦੀ ਯਾਤਰਾ। ਚਲੋ ਮੈਂ ਨਿਸ਼ਾਨੀ ਲੈ ਜਾਵਾਂ, ਦੁਨੀਆ ਨੂੰ ਜਾ ਕੇ ਵਿਖਾਵਾਂਗਾ, ਦੱਸਾਂਗਾ ਵੀ ਜਿਹੜੀ ਚੀਜ਼ ਤੁਸੀਂ ਕਦੇ ਸੁਣੀ ਨਹੀਂ ਹੈ ਮੈਂ ਤਾਂ ਉਹ ਵੇਖ ਕੇ ਵੀ ਆ ਗਿਆ ਹਾਂ। ਮਨ ਮੈਂ ਧਰਤੇ ਗਾਰ, ਮਨ ਵਿੱਚ ਹੰਕਾਰ ਹੈ। ਲੋਕ ਘਰ ਨਹੀਂ ਛੱਡਦੇ, ਮੈਂ ਜੰਗਲ ਵਿੱਚ ਆ ਕੇ ਬੈਠਾ ਹਾਂ। ਲੋਕ ਘਰ ਨਹੀਂ ਛੱਡਦੇ, ਮੈਂ ਪਹਾੜਾਂ ਵਿੱਚ ਆ ਕੇ ਬੈਠਾ ਹੋਇਆ। ਮਹਾਰਾਜ ਕਹਿਣ ਲੱਗੇ, ਮਨ ਮੈਂ ਧਰਤੇ ਗਾਰ, ਮਨ ਵਿੱਚ ਹੰਕਾਰ ਕੀਤਾ। ਫਿਰ ਬਾਹਰੋਂ ਭਾਵੇਂ ਜਿੰਨੇ ਮਰਜ਼ੀ ਲਿਬਾਸ ਬਣ ਬਣ ਕੇ, ਭਾਵੇਂ ਜਟਾ ਰੱਖ ਲਾ, ਭਾਵੇਂ ਜਟਾ ਦਾ ਜੂੜਾ ਕਰ ਲਾ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਮੁੜਾਏ,
ਕਬੀਰ ਸਾਹਿਬ ਜੀ ਕਹਿਣ ਲੱਗੇ ਆਪਣੇ ਵਾਲਾਂ ਨੂੰ ਬੋੜ ਦਾ ਦੁੱਧ ਲਾ ਕੇ ਜਟਾਂ ਬਣਾ ਕੇ ਵੱਡਾ ਸਾਰਾ ਜੂੜਾ ਕਰ ਲਾ। ਜਟਾਂ ਬਣਾਉਣ ਦੇ ਨਾਲ, ਜਟਾਂ ਕਰਨ ਦੇ ਨਾਲ ਵੀ ਰੱਬ ਨਹੀਂ ਓ ਮਿਲਣਾ। ਤੇ ਘਰ ਰਮੁੰਡਾਏ ਤੋਂ ਭਾਵ ਹੁੰਦਾ ਹੈ ਕਿ ਆਪਣੇ ਸਿਰ ਦੇ ਵਿੱਚ ਸਵਾਹ ਪਾ ਕੇ ਤੇ ਚੰਗੀ ਤਰ੍ਹਾਂ ਰਗੜ ਰਗੜ ਕੇ ਆਪਣੇ ਸਿਰ ਦੇ ਵਾਲ ਮੁੱਢੋਂ ਪੱਟ ਕੇ ਗੰਜ ਕੱਢ ਲੈ। ਸੰਸਾਰ ਦੇ ਵਿੱਚ ਇੱਕ ਮੱਤ ਹੈ ਸਾਧੂਆਂ ਦਾ ਵੀ ਉਹ ਸਿਰ ਦੇ ਵਾਲ ਮੁੱਢੋਂ ਕੱਢ ਦਿੰਦੇ ਨੇ। ਉਹਨਾਂ ਦਾ ਮੱਤ ਹੈ, ਉਹਨਾਂ ਦੀ ਨਿਸ਼ਾਨੀ ਇਹ ਹੈ। ਤੇ ਕਬੀਰ ਸਾਹਿਬ ਜੀ ਕਹਿਣ ਲੱਗੇ ਭਾਵੇਂ ਘਰ ਮੁੰਡਾਏ, ਘਰ ਤੋਂ ਭਾਵ ਹੁੰਦਾ ਵੀ ਰਗੜ ਰਗੜ ਕੇ ਸਿਰ ਵਿੱਚ ਸੁਆਹ ਪਾ ਪਾ ਕੇ ਸਿਰ ਦੇ ਵਾਲ ਮੁੱਢੋਂ ਕੱਢ ਕੇ ਰੱਖਦੇ ਵੀ ਮੈਂ ਸਾਧੂ ਬਣ ਗਿਆ। ਨਹੀਂ, ਨਾ ਲੰਮੇ ਵਾਲ ਕਰਨ ਦੇ ਨਾਲ, ਜਟਾਵਾਂ ਬਣਾਉਣ ਦੇ ਨਾਲ ਤੈਨੂੰ ਉਹਨੇ ਮਿਲਣਾ, ਤੇ ਨਾ ਉਹਨੇ ਸਿਰ ਦੇ ਵਾਲ ਪੱਟਿਆਂ ਤੈਨੂੰ ਮਿਲਣਾ ਹੈ। ਇਹ ਤੇ ਕੇਵਲ ਬਾਹਰ ਦਾ ਭੇਖ ਹੈ, ਜਿੰਨਾ ਮਰਜ਼ੀ ਬਣਾ ਲਾ, ਇਸ ਭੇਖ ਨਾਲ ਰੱਬ ਕੋਈ ਨਹੀਂ ਤੈਨੂੰ ਮਿਲਣਾ ਹੈ। ਕਰਤ ਭੇਖ, ਬਾਹਰੋਂ ਭੇਖ ਬਣਾਇਆ ਜਟਾ ਧਾਰੀ, ਬਾਹਰੋਂ ਭੇਖ ਬਣਾਇਆ ਮੈਂ ਘਰ ਮੁੰਡਾਏ, ਆਪਣਾ ਸਿਰ ਵੱਢਿਆ ਹੈ, ਸੁਆਹ ਪਾ ਪਾ ਕੇ ਵਾਲ ਪੱਟੇ ਨੇ। ਤੇ ਬਨ ਫਿਰੇ, ਬਨ ਜੰਗਲ ਵਿੱਚ ਤੁਰਿਆ ਫਿਰ, ਪਰ ਇੰਨਾ ਕੁਝ ਕਰਨ ਤੋਂ ਮਗਰੋਂ ਵੀ ਜੇ ਤੇਰੇ ਮਨ ਵਿੱਚ ਮਨ ਮੈਂ ਧਰਤੇ ਗਾਰ, ਜੇ ਤੇਰੇ ਮਨ ਵਿੱਚ ਹੰਕਾਰ ਹੈ ਤੇ ਪ੍ਰਾਪਤੀ ਕੋਈ ਨਹੀਂ ਹੋ, ਪ੍ਰਾਪਤ ਨਹੀਂ ਕਰ ਸਕਦਾ। ਮਹਾਰਾਜ ਕਹਿਣ ਲੱਗੇ ਮੋਹਨ ਰਹਿਤ ਨਿਰਾਰ, ਉਹ ਜਿਹੜਾ ਮੋਹਨ ਹੈ ਨਾ ਪਰਮਾਤਮਾ, ਜਿਹਨੂੰ ਮੋਹ ਨਾ, ਜਿਹਨੂੰ ਮੋਹ ਨਹੀਂ ਹੈ ਉਹਨੂੰ ਕਿਹਾ ਜਾਂਦਾ ਮੋਹਨ। ਨਿਰਾਰ ਤੋਂ ਭਾਵ ਉਹ ਨਿਰਾਲਾ ਰਹਿੰਦਾ, ਵੱਖਰਾ ਰਹਿੰਦਾ, ਪਰੇ ਰਹਿੰਦਾ, ਉਸ ਬੰਦੇ ਦੇ ਕੋਲ ਨਹੀਂ ਆਉਂਦਾ। ਮਹਾਰਾਜ ਕਿਹਦੇ ਕੋਲ ਨਹੀਂ ਆਉਂਦਾ? ਜਿਹੜਾ ਕੇਵਲ ਬਾਹਰ ਦਾ ਲਿਬਾਸ ਬਣਾ ਕੇ ਵਿਖਾਉਂਦਾ ਹੈ, ਜਿਹੜਾ ਕੇਵਲ ਜੰਗਲਾਂ ਵਿੱਚ ਤੁਰਨਾ ਤੇ ਜਾਣਦਾ ਹੈ ਪਰ ਨਾਲ ਨਾਲ ਮਨ ਵਿੱਚ ਹੰਕਾਰ ਵੀ ਇਕੱਠਾ ਕਰਦਾ ਹੈ। ਮੋਹਨ ਰਹਿਤ ਨਿਰਾਰ, ਮੋਹਨ ਪਰਮਾਤਮਾ ਉਹਦੇ ਤੋਂ ਦੂਰ ਰਹਿੰਦਾ, ਉਹਦੇ ਨੇੜੇ ਕੋਈ ਨਹੀਂ ਆਉਂਦਾ। ਪ੍ਰਾਪਤੀ ਹੋਣੀ ਤੇ ਦੂਰ ਦੀ ਗੱਲ ਹੈ, ਉਹ ਤੇ ਇਹੋ ਜਿਹੇ ਬੰਦੇ ਦੇ ਨੇੜੇ ਨਹੀਂ ਲੱਗਦਾ। ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀਆਂ ਦਾ ਬਚਨ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਰਹਾਉ ਦੇ ਕੇ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਕਥਨ ਸੁਨਾਵਨ ਗੀਤ ਨੀਕੇ ਗਾਵਨ, ਮਨ ਮੈਂ ਧਰਤੇ ਗਾਰ। ਪਾਤਸ਼ਾਹ ਕਹਿਣ ਲੱਗੇ ਕਥਨ ਸੁਨਾਵਨ, ਕਥਾ ਕਰ ਕਰਕੇ ਸੁਣਾਉਣੀ ਵੀ ਮੈਂ ਆਹ ਵੇਦ ਪੜ੍ਹਿਆ, ਆਓ ਤੁਹਾਨੂੰ ਮੈਂ ਸੁਣਾਵਾਂ, ਮੈਂ ਆਹ ਸ਼ਾਸਤਰ ਪੜ੍ਹਿਆ, ਆਓ ਤੁਹਾਨੂੰ ਸੁਣਾ ਦੇਵਾਂ। ਦੁਨੀਆ ਨੇ ਆਖਿਆ ਵਾਹ ਵਾਹ, ਬੜੀ ਚੰਗੀ ਕਥਾ ਕਰਦਾ, ਬੜੀ ਸਮਝ ਆਉਂਦੀ ਹੈ, ਬੜਾ ਗਿਆਨ ਰੱਖਿਆ ਹੋਇਆ, ਕਥਾ ਕਰਕੇ ਵਾਹ ਵਾਹ ਖੱਟਦਾ ਹੈ। ਅਗਲਾ ਬਚਨ ਮਹਾਰਾਜ ਨੇ ਆਖਿਆ ਗੀਤ ਨੀਕੇ ਗਾਵਨ, ਬੜੇ ਬੜੇ ਚੰਗੇ ਮਿੱਠੀ ਆਵਾਜ਼ ਵਿੱਚ ਗਾ ਗਾ ਕੇ ਗੀਤਾਂ ਨੂੰ ਸੁਣਾਉਂਦਾ, ਬੜੀਆਂ ਬੜੀਆਂ ਕੁਆਲੀਆਂ ਪੜ੍ਹ ਲੈਂਦਾ ਹੈ, ਬੜੇ ਬੜੇ ਬੈਂਤ ਸੁਣਾ ਦਿੰਦਾ ਹੈ, ਬੜੇ ਬੜੇ ਛੰਦ ਪੜ੍ਹ ਪੜ੍ਹ ਕੇ ਆਪਣੀ ਕਲਾਕਾਰੀ ਵਿੱਚ ਸੁਣਾਉਂਦਾ ਹੈ। ਔਰ ਦੁਨੀਆ ਸੁਣ ਕੇ ਆਸ਼ਾ ਸ਼ਿਕਾਰ ਉੱਠਦੀ ਹੈ ਵੀ ਬੜਾ ਚੰਗਾ ਗਾਇਆ, ਬੜਾ ਸੁੰਦਰ ਗਾਇਆ, ਬੜਾ ਮਿੱਠਾ ਗਾਇਆ। ਪਰ ਪਾਤਸ਼ਾਹ ਕਹਿਣ ਲੱਗੇ ਬਚਨ ਫਿਰ ਉੱਥੇ ਹੀ ਹੈ, ਮਨ ਮੈਂ ਧਰਤੇ ਗਾਰ, ਮਨ ਵਿੱਚ ਹੰਕਾਰ ਆ ਗਿਆ ਵੀ ਮੇਰੇ ਵਰਗਾ ਤੇ ਗਾ ਕੋਈ ਨਹੀਂ ਸਕਦਾ, ਮੇਰੇ ਵਰਗੀ ਤੇ ਮਿੱਠੀ ਆਵਾਜ਼ ਕਿਸੇ ਕੋਲ ਨਹੀਂ ਹੈ, ਮੇਰੇ ਵਰਗਾ ਤੇ ਗੁਣ ਕਿਸੇ ਕੋਲ ਨਹੀਂ ਹੈ। ਜਿਹੜੀਆਂ ਮੁਰਕੀਆਂ ਮੈਂ ਲੈਂਦਾ, ਜਿਹੜੀਆਂ ਗਰਾਰੀਆਂ ਮੈਂ ਲੈਂਦਾ ਗਾਉਂਦਿਆਂ ਹੋਇਆਂ, ਮੇਰੇ ਥਾਂ ਤੇ ਕੋਈ ਸੁਰ ਨਹੀਂ ਲਾ ਸਕਦਾ। ਕਥਾ ਵਿਖਿਆਨ ਜਿਹੜਾ ਮੈਂ ਕਰ ਸਕਦਾ, ਸ਼ਾਸਤਰ ਨੂੰ ਪੜ੍ਹ ਕੇ ਕੋਈ ਕਰ ਨਹੀਂ ਸਕਦਾ। ਮਨ ਮੈਂ ਧਰਤੇ ਗਾਰ, ਇਸ ਗੱਲ ਦਾ ਮਨ ਵਿੱਚ ਹੰਕਾਰ ਆ ਗਿਆ। ਤੇ ਪਾਤਸ਼ਾਹ ਕਹਿਣ ਲੱਗੇ ਮੋਹਨ ਰਹਿਤ ਨਿਰਾਰ, ਰੱਬ ਉਹਦੇ ਕੋਲੋਂ ਵੀ ਦੂਰ ਹੈ। ਚੰਗਾ ਗਾਉਣ ਵਾਲੇ ਕੋਲੋਂ, ਮਿੱਠਾ ਗਾਉਣ ਵਾਲੇ ਕੋਲੋਂ, ਦੁਨੀਆ ਦੀ ਤਾਰੀਫ ਜਿਹਦੀ ਹੁੰਦੀ ਹੈ, ਹੰਕਾਰ ਤੇ ਉਹਦੇ ਮਨ ਵਿੱਚ ਵੀ ਹੈ ਵੀ ਮੇਰੇ ਵਰਗਾ ਕੋਈ ਨਹੀਂ ਹੈ, ਰੱਬ ਇਹੋ ਜਿਹਾ ਤੋਂ ਵੀ ਦੂਰ ਰਹਿੰਦਾ। ਤੇ ਦੁਨੀਆ ਵਿੱਚ ਕਰ ਕਰਕੇ ਸੁਣਾਉਂਦਾ, ਮੈਂ ਵੇਦ ਸ਼ਾਸਤਰ ਪੜ੍ਹੇ ਨੇ, ਮੈਂ ਸੁਣਾਉਂਦਾ ਹਾਂ। ਪਾਤਸ਼ਾਹ ਕਹਿਣ ਲੱਗੇ ਮਨ ਤੇ ਉਹਦੇ ਵਿੱਚ ਵੀ ਹੰਕਾਰ ਹੈ, ਰੱਬ ਇਹੋ ਜਿਹਾ ਤੋਂ ਵੀ ਦੂਰ ਰਹਿੰਦਾ ਹੈ। ਹੰਕਾਰੀ ਪੁਰਸ਼ ਦੇ ਕੋਲ ਨੇੜੇ ਨਹੀਂ ਆਉਂਦਾ। ਹੰਕਾਰੀਆਂ ਨਿੰਦਕਾਂ ਪਿੱਠ ਦੇ, ਹੰਕਾਰੀਆਂ ਨੂੰ ਪਿੱਠ ਦੇ ਕੇ ਪਰੇ ਹੋ ਜਾਂਦਾ, ਨੇੜੇ ਨਹੀਂ ਆਉਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਬਚਨ ਨੇ, ਬੜੇ ਖਰੇ ਬਚਨ ਨੇ, ਜਿਹੜੇ ਸਾਡੇ ਸਮਝ ਵੀ ਪੈ ਗਏ ਨੇ। ਕਥਾ ਵਿਖਿਆਨ ਕਿੰਨੀ ਮਰਜ਼ੀ ਚੰਗੀ ਕਰ ਲਈ ਹੈ, ਗੀਤ ਕਿੰਨਾ ਮਰਜ਼ੀ ਚੰਗਾ ਗਾ ਲਿਆ, ਕਲਾਕਾਰੀ ਬੜੀ ਕਰ ਕਰਕੇ ਵਿਖਾ ਲਈ ਹੈ, ਬੜੀ ਮਿੱਠੀ ਆਵਾਜ਼ ਹੈ, ਬੜੀ ਮਿੱਠੀ ਧੁਨ ਹੈ,
ਮਨ ਵਿੱਚ ਹੰਕਾਰ ਹੈ, ਰੱਬ ਨਹੀਂ ਮਿਲਿਆ। ਇੱਕ ਬੰਦਾ ਜੰਗਲ ਵਿੱਚ ਤੁਰਿਆ ਫਿਰਦਾ, ਕਹਿਣ ਲੱਗਾ ਘਰ ਛੱਡਿਆ, ਉਹਦੇ ਮਨ ਵਿੱਚ ਹੰਕਾਰ, ਘਰ ਛੱਡਣ ਦਾ, ਰੱਬ ਉਹਨੂੰ ਵੀ ਨਹੀਂ ਮਿਲਿਆ। ਇੱਕ ਬੰਦਾ ਬਾਹਰੋਂ ਲਿਬਾਸ ਬਣਾ ਬਣਾ ਕੇ ਵਿਖਾਉਂਦਾ, ਕਦੇ ਚਿੱਟੇ ਕੱਪੜੇ, ਕਦੇ ਨੀਲੇ ਕੱਪੜੇ, ਕਦੇ ਕਾਲੇ ਪਾ ਲੈਂਦਾ, ਕਦੇ ਜਟਾ ਬਣਾ ਲੈਂਦਾ, ਕਦੇ ਸਿਰ ਬਣਾ ਲੈਂਦਾ, ਰੱਬ ਉਹਨੂੰ ਵੀ ਨਹੀਂ ਮਿਲਿਆ, ਉਹ ਤੋਂ ਵੀ ਨਿਰਾਲਾ ਵੱਖਰਾ ਰਹਿੰਦਾ ਹੈ। ਅਤ ਸੁੰਦਰ ਬਹੁ ਚਤਰ ਸਿਆਣੈ, ਵਿਦਿਆ ਰਸਨਾ ਚਾਰ। ਪਾਤਸ਼ਾਹ ਕਹਿਣ ਲੱਗੇ ਸਰੀਰ ਕਰਕੇ ਭਾਵੇਂ ਕੋਈ ਬੰਦਾ ਸੁੰਦਰ ਬਣ ਜਾਵੇ, ਦੁਨੀਆ ਸੁੰਦਰਤਾਈ ਨਾਲ ਰੱਜਦੀ ਨਹੀਂ ਹੈ। ਜਿਹਨੂੰ ਰੱਬ ਨੇ ਨਹੀਂ ਸੋਹਣਾ ਬਣਾਇਆ ਉਹ ਵੀ ਯਤਨ ਕਰਦਾ ਮੈਂ ਸੋਹਣਾ ਬਣਾ। ਜਿਹਨੂੰ ਰੱਬ ਨੇ ਸੋਹਣਾ ਬਣਾਇਆ ਹੋਇਆ, ਨੈਣ ਨਕਸ਼ ਬੜੇ ਚੰਗੇ ਲਾਏ ਹੋਏ ਨੇ, ਰੰਗ ਰੂਪ ਬੜਾ ਸੋਹਣਾ ਦਿੱਤਾ ਹੋਇਆ, ਸਰੀਰ ਦੀ ਬਣਤਰ ਬੜੀ ਸੋਹਣੀ ਹੈ, ਪਰ ਉਹ ਆਪਣੀ ਸੁੰਦਰਤਾਈ ਦੇ ਨਾਲ ਰੱਜਦਾ ਉਹ ਵੀ ਨਹੀਂ ਹੈ। ਉਹ ਵੀ ਕੋਈ ਨਾ ਕੋਈ ਸਰੀਰ ਦੇ ਵਿੱਚ ਵੱਧ ਘੱਟ ਜ਼ਰੂਰ ਕਰਦਾ, ਕੋਈ ਘਾਟਾ ਵਾਧਾ ਜ਼ਰੂਰ ਕਰਦਾ, ਕੋਈ ਇਹੋ ਜਿਹਾ ਕਰਦਾ ਹੈ ਕਿ ਮੈਂ ਹੋਰ ਇਸ ਤੋਂ ਸੋਹਣਾ ਲੱਗਾ। 16 ਹੈ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ। 16 ਸ਼ਿੰਗਾਰ ਤੇ ਰੱਬ ਨੇ ਦੇ ਦਿੱਤੇ, ਇਹਦੇ ਅੰਗਾਂ ਦੇ ਵਿੱਚ, ਸਰੀਰ ਦੇ ਵਿੱਚ 16 ਸ਼ਿੰਗਾਰ ਦਿੱਤੇ, ਪਰ ਜਦੋਂ 16 ਸ਼ਿੰਗਾਰਾਂ ਵਾਲਾ ਬੰਦਾ ਜਾਂ ਇਸਤਰੀ ਦੁਨੀਆ ਦੇ ਵਿੱਚ ਆਏ, ਆਖਿਆ ਨਹੀਂ ਹਾਲੇ ਗੱਲ ਬਣੀ ਨਹੀਂ ਹੈ। 16 ਸ਼ਿੰਗਾਰ ਫਿਰ ਹੋਰ ਕੀਤੇ, ਜਿਹੜੇ ਫਿਰ ਅਸੀਂ ਬਾਹਰੋਂ ਕਰਦੇ ਹਾਂ। 16 ਸ਼ਿੰਗਾਰ ਤੇ ਉਹ ਸਨ ਜਿਹੜੇ ਰੱਬ ਨੇ ਬਣਾ ਕੇ ਤੋਰਿਆ, ਤੇ 16 ਹੀ ਇਸ ਨੇ ਫਿਰ ਆਪ ਕੀਤੇ ਵੀ ਨਹੀਂ, ਹਾਲੇ ਸੁੰਦਰਤਾ ਹੀ ਬਣੀ ਨਹੀਂ ਹੈ, ਮੈਂ ਹੋਰ ਸੋਹਣਾ ਲੱਗਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਤ ਸੁੰਦਰ, ਬੜਾ ਸੁੰਦਰ ਹੋ ਜਾਵੇ ਸਰੀਰ ਕਰਕੇ। ਤੇ ਦੂਜਾ ਬਚਨ ਮਹਾਰਾਜ ਵਰਤਦੇ ਪਏ ਬਹੁਤ ਚਤਰ, ਵਾਕਾਂ ਕਰਕੇ, ਗੱਲਾਂ ਕਰਕੇ ਇੰਨਾ ਚਤਰ ਹੋਵੇ ਵੀ ਇਕੱਲਾ ਬੰਦਾ 50 ਬੰਦਿਆਂ ਨੂੰ ਨੇੜੇ ਨਾ ਆਉਣ ਦੇਵੇ ਗੱਲਾਂ ਦੇ ਵਿੱਚ। ਗੱਲ ਇਹੋ ਜੀ ਕਰੇ ਵੀ ਸਭਾ ਜਿੱਤ ਲਵੇ, ਗੱਲ ਇਹੋ ਜੀ ਕਰੇ ਵੀ ਸਾਰੀ ਦੁਨੀਆ ਇਹਦੀ ਗੱਲ ਸੁਣ ਕੇ ਆਖੇ ਵੀ ਵਾਹ ਇਹ ਬੰਦਾ ਬੜਾ ਹੀ ਸਿਆਣਾ, ਬੜੀ ਕੰਮ ਦੀ ਗੱਲ ਕਰਦਾ। ਵਾਕਾਂ ਕਰਕੇ, ਗੱਲਾਂ ਕਰਕੇ, ਗਿਆਨ ਦੀਆਂ ਗੱਲਾਂ ਦੇ ਵਿੱਚ ਇੰਨਾ ਸਿਆਣਾ ਹੋਵੇ ਵੀ ਦੁਨੀਆ ਇਹਨੂੰ ਜਿੱਤ ਨਾ ਸਕੇ। ਤੇ ਤੀਜਾ ਬਚਨ ਮਹਾਰਾਜ ਕਹਿਣ ਲੱਗੇ ਅੱਗੇ ਫਿਰ ਬੁੱਧੀ ਦਾ ਹੋ ਜਾਵੇ ਸਿਆਣਾ, ਅਕਲ ਵੀ ਇੰਨੀ ਹੋਵੇ ਵੀ ਗੱਲ ਕੰਮ ਕੋਈ ਮਾੜਾ ਕਰੇ ਹੀ ਨਾ। ਜਿੱਥੋਂ ਜਾ ਕੇ ਬੰਦੇ ਦੀ ਅਕਲ ਖਤਮ ਹੋ ਜਾਂਦੀ ਹੈ, ਉੱਥੋਂ ਜਾ ਕੇ ਇਹਦੀ ਅਕਲ ਸ਼ੁਰੂ ਹੋਵੇ, ਜਿਹੜਾ ਕਿ ਅਸੀਂ ਸੋਚਿਆ ਵੀ ਨਾ ਹੋਵੇ ਉਹ ਕੰਮ ਇਹ ਕਰ ਸਕਦਾ ਹੋਵੇ ਆਪਣੀ ਅਕਲ ਦੇ ਨਾਲ, ਤੇ ਉਹਦੇ ਵਿੱਚ ਫਿਰ ਸਿਆਣਪ ਸਾਡੇ ਨਾਲੋਂ ਜ਼ਿਆਦਾ ਹੋਈ। ਤੇ ਪਾਤਸ਼ਾਹ ਜੀ ਫਿਰ ਅੱਗੇ ਬਚਨ ਕਰਦੇ ਵਿਦਿਆ ਰਸਨਾ ਚਾਰ। ਚਾਰ ਜਿਹੜੀ ਸੁੰਦਰ ਵਿਦਿਆ ਹੈ ਨਾ ਵੇਦਾਂ ਦੀ, ਉਹ ਵੀ ਪੜ੍ਹ ਲੈਂਦਾ ਹੋਵੇ। ਦੁਨੀਆ ਦੇ ਵਿੱਚ ਐਸੇ ਗੁਣ ਬੰਦੇ ਵਿੱਚ ਹੁੰਦੇ ਨਹੀਂ ਵੀ ਸੋਹਣਾ ਵੀ ਹੋਵੇ, ਉਹ ਵਾਕਾਂ ਦਾ ਵੀ ਬੜਾ ਚਤੁਰ ਹੋਵੇ, ਗੱਲਾਂ ਕਰਨ ਵਿੱਚ ਚਲਾਕ ਹੋਵੇ, ਬੁੱਧੀ ਦਾ ਬੜਾ ਸਿਆਣਾ ਹੋਵੇ, ਤੇ ਫਿਰ ਵੇਦ ਸ਼ਾਸਤਰ ਪੜ੍ਹਿਆ ਹੋਵੇ, ਵਿਦਵਾਨ ਹੋਵੇ। ਇੰਨੇ ਗੁਣ ਹੁੰਦੇ ਨਹੀਂ ਬੰਦੇ ਦੇ ਵਿੱਚ। ਪਰ ਮੰਨ ਲਓ ਜੇ ਇੰਨੇ ਹੋ ਵੀ ਜਾਣ, ਵਿਦਵਾਨ ਜਿਨ੍ਹਾਂ ਨੇ ਗ੍ਰੰਥ ਲਿਖੇ ਨੇ ਕਹਿਣ ਲੱਗੇ ਰਾਵਣ ਵਿੱਚ ਬੜੇ ਗੁਣ ਸਨ। ਰਾਵਣ ਬੜਾ ਸੋਹਣਾ ਸੀ, ਉੱਚਾ ਲੰਮਾ ਜਵਾਨ, ਸੋਹਣੇ ਨੈਣ ਨਕਸ਼, ਬੜਾ ਵਿਦਿਆ ਧਾਰੀ, ਪੜ੍ਹਿਆ ਹੋਇਆ, ਬੜਾ ਮਾਇਆ ਧਾਰੀ, ਸੋਨੇ ਦੇ ਘਰ ਵਿੱਚ ਰਹਿਣ ਵਾਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਸਭ ਕੁਝ ਪ੍ਰਾਪਤ ਇਸ ਨੇ ਕਰ ਲਿਆ ਹੈ, ਪਰ ਇਹ ਪ੍ਰਾਪਤ ਕਰਨ ਦੇ ਨਾਲ ਮਨ ਮੈਂ ਧਰਤੇ ਗਾਰ, ਮਨ ਵਿੱਚ ਹੰਕਾਰ ਆ ਗਿਆ। ਮੇਰੇ ਵਰਗਾ ਸੋਹਣਾ ਕੋਈ ਨਹੀਂ ਹੈ, ਰੱਬ ਫਿਰ ਨਹੀਂ ਮਿਲਿਆ। ਮਨ ਵਿੱਚ ਹੰਕਾਰ ਆ ਗਿਆ ਵੀ ਮੇਰੇ ਵਰਗੀ ਤੇ ਗੱਲ ਕਰਨੀ ਕੋਈ ਨਹੀਂ ਜਾਣਦਾ, ਮੈਂ ਸਭਾ ਜਿੱਤ ਲੈਂਦਾ ਗੱਲ ਕਰਕੇ, ਰੱਬ ਫਿਰ ਨਹੀਂ ਮਿਲਿਆ। ਮਨ ਵਿੱਚ ਹੰਕਾਰ ਆ ਗਿਆ ਮੈਂ ਬੜਾ ਸਿਆਣਾ ਹਾਂ, ਮੈਂ ਇਹੋ ਜਿਹੀ ਸਕੀਮ ਲਾਉਂਦਾ ਹਾਂ ਵੀ ਵਿਗੜੇ ਹੋਏ ਕੰਮ ਨੂੰ ਸੂਤਰ ਕਰ ਦਿੰਦਾ, ਬਣਾ ਦਿੰਦਾ ਹਾਂ। ਮੋਹਨ ਰਹਿਤ ਨਰਾਰ, ਪਰਮਾਤਮਾ ਵੱਖਰਾ ਰਹਿੰਦਾ ਵੀ ਉਹਨੂੰ ਸਿਆਣਪ ਤੇ ਮਾਣ ਹੈ। ਸਹਿਜ ਸਿਆਣਪਾਂ ਲੱਖ ਹੋਏ, ਕਿੰਨੀਆਂ ਵੀ ਤੇਰੇ ਕੋਲ ਸਿਆਣਪਾਂ ਹੋਣ ਬੰਦਿਆ, ਪਰ ਰੱਬ ਦੇ ਅੱਗੇ ਕੋਈ ਨਹੀਂ ਉਹ ਚੱਲਦੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਵੇਂ ਉਹ ਬੰਦਾ ਸਾਰੀ ਵਿਦਿਆ ਪੜ੍ਹਿਆ ਹੋਇਆ, ਵੇਦਾਂ ਨੂੰ ਪੜ੍ਹ ਪੜ੍ਹ ਕੇ ਸੁਣਾਉਂਦਾ ਹੈ, ਪਰ ਉਹਨੂੰ ਵੇਦ ਪੜ੍ਹਨ ਦਾ ਤੇ ਸੁਣਾਉਣ ਦਾ ਹੰਕਾਰ ਹੈ, ਰੱਬ ਉਹਦੇ ਕੋਲੋਂ ਵੀ ਦੂਰ ਰਹਿੰਦਾ ਹੈ, ਉਹਦੇ ਵੀ ਨੇੜੇ ਨਹੀਂ ਆਉਂਦਾ। ਜਾਂ ਵਿਦਵਾਨ ਇਸ ਤਰ੍ਹਾਂ ਵੀ ਅਰਥ ਕਰ ਲੈਂਦੇ ਨੇ, ਕਹਿਣ ਲੱਗੇ ਦੁਨੀਆ ਵਿੱਚ ਸੋਹਣਾ ਹੋ ਜਾਣਾ ਕੋਈ ਬਹੁਤਾ ਔਖਾ ਨਹੀਂ ਹੈ, ਦੁਨੀਆ ਵਿੱਚ ਗੱਲਾਂ ਬਾਤਾਂ ਵਿੱਚ ਚਲਾਕ ਹੋ ਜਾਣਾ ਇਹ ਵੀ ਕੋਈ ਬਹੁਤਾ ਔਖਾ ਨਹੀਂ ਹੈ।
ਦੁਨੀਆ ਵਿੱਚ ਸਿਆਣਪ ਲੈ ਲੈਣੀ, ਵੱਡੇ ਵੱਡੇ ਕਾਲਜਾਂ ਸਕੂਲਾਂ ਮਹਿੰਗਿਆਂ ਵਿੱਚ ਪੜ੍ਹ ਕੇ, ਇਹ ਵੀ ਕੋਈ ਬਹੁਤੀ ਔਖੀ ਬਾਤ ਨਹੀਂ। ਤੇ ਦੁਨੀਆ ਵਿੱਚ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਵਿਦਵਾਨ ਬਣ ਜਾਣਾ, ਕਹਿੰਦੇ ਇਹ ਵੀ ਕੋਈ ਔਖੀ ਬਾਤ ਨਹੀਂ ਹੈ। ਪਰ ਔਖਾ ਜਿਹੜਾ ਕੰਮ ਹੈ ਨਾ, ਉਹ ਦੱਸਣ ਲੱਗੇ ਹਨ। ਮਾਨ ਮੋਹ ਮੇ ਤੇ ਵਿਵਰਚਤ, ਇਹੋ ਮਾਰਗ ਖੰਡੇ ਧਾਰ। ਗੁਰੂ ਪਾਤਸ਼ਾਹ ਕਹਿਣ ਲੱਗੇ ਮਾਣ ਛੱਡਣਾ ਬੜਾ ਔਖਾ ਬੰਦਿਆ। ਸਰੀਰ ਦਾ ਸੋਹਣਾ ਬਣਾ ਲੈਣਾ ਇੰਨਾ ਔਖਾ ਨਹੀਂ ਹੈ ਜਿੰਨਾ ਮਾਣ ਛੱਡਣਾ ਔਖਾ ਹੈ। ਗੱਲਾਂ ਬਾਤਾਂ ਵਿੱਚ ਸਿਆਣਾ ਹੋ ਜਾਣਾ ਇੰਨਾ ਔਖਾ ਨਹੀਂ ਜਿੰਨਾ ਮਾਣ ਛੱਡਣਾ ਔਖਾ ਹੈ। ਬੁੱਧੀ ਦੀ ਸਿਆਣਪ ਹੋ ਜਾਣੀ ਉਹ ਇੰਨੀ ਔਖੀ ਨਹੀਂ ਜਿੰਨਾ ਮਾਣ ਛੱਡਣਾ ਔਖਾ ਹੈ। ਮਾਨ ਜਿਹੜਾ ਨਾ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਇਸ ਮਾਨ ਨੇ ਤੇ ਵੱਡੇ ਵੱਡੇ ਮੁਨੀਆਂ ਨੂੰ ਖਾ ਲਿਆ, ਰਿਸ਼ੀਆਂ ਨੂੰ ਖਾ ਲਿਆ। ਹੈ ਕੋਈ ਬੰਦਾ ਜਿਹੜਾ ਮਾਨ ਛੱਡ ਸਕਦਾ ਹੋਵੇ? ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗੱਲ ਤੇ ਮਾਨ ਜ਼ਰੂਰ ਆਵੇਗਾ, ਹੰਕਾਰ ਜ਼ਰੂਰ ਆਵੇਗਾ ਵੀ ਇਹ ਮੈਂ ਕੀਤਾ ਹੈ, ਮੈਂ ਹੀ ਕਰ ਸਕਦਾ ਸੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਛੱਡਣਾ ਔਖਾ ਤੇ ਮਾਣ ਛੱਡਣਾ ਔਖਾ। ਤੇ ਦੂਜਾ ਬਚਨ ਮਹਾਰਾਜ ਨੇ ਕੀਤਾ ਮੋਹ, ਮੋਹ ਵੀ ਛੱਡਣਾ ਔਖਾ ਹੈ। ਸੁੰਦਰ ਹੋ ਜਾਣਾ, ਸਿਆਣਾ ਹੋ ਜਾਣਾ, ਗੱਲਾਂ ਬਾਤਾਂ ਵਿੱਚ ਚਲਾਕ ਹੋ ਜਾਣਾ, ਇਹ ਸਭ ਕੁਝ ਤੇ ਸੌਖਾ ਮਿਲ ਜਾਂਦਾ, ਪਰ ਮੋਹ ਛੱਡਣਾ ਬੜਾ ਔਖਾ ਹੈ। ਹਾਲੇ ਤੇ ਸਾਡੇ ਤੇ ਕੋਈ ਮੁਸੀਬਤ ਪਈ ਨਹੀਂ ਹੈ ਤੇ ਅਸੀਂ ਐਵੇਂ ਕਹਿ ਛੱਡਦੇ ਮੈਂ ਤੇ ਮੋਹ ਨਹੀਂ ਕਰਦਾ, ਮੈਂ ਤੇ ਮੋਹ ਨਹੀਂ ਕਰਦਾ। ਪਰ ਜਦੋਂ ਉਹ ਮੋਹ ਪਰਖ ਲੈਂਦਾ ਨਾ ਤੇ ਵੱਡਿਆਂ ਵੱਡਿਆਂ ਦੇ ਹਥਿਆਰ ਹੱਥੋਂ ਡਿੱਗ ਪੈਂਦੇ ਨੇ। ਵੱਡੇ ਵੱਡੇ ਦੁਨੀਆ ਨੇ ਰੋਂਦੇ ਵੇਖੇ ਨੇ, ਕਹਿਣ ਲੱਗੇ ਅਭਿਮਨੂ ਦੀ ਮੌਤ ਜਦ ਸੁਣੀ ਅਰਜਨ, ਸਿੱਟ ਰਣ ਦੇ ਵਿੱਚ ਹਥਿਆਰ ਰੋਇਆ। ਕਿਸੇ ਵਿਦਵਾਨ ਨੇ ਲਿਖਿਆ ਜਦੋਂ ਮਹਾਭਾਰਤ ਦਾ ਜੰਗ ਲੱਗਾ, ਜੰਗ ਹੋਣ ਤੋਂ ਪਹਿਲਾਂ ਪਤਾ ਸੀ ਵੀ ਜੰਗ ਦੇ ਵਿੱਚ ਬੰਦੇ ਮਰਨੇ ਨੇ, ਸਾਡੇ ਵੀ ਮਰਨਗੇ, ਦੁਸ਼ਮਣ ਦੇ ਵੀ ਮਰਨਗੇ, ਪਰਾਏ ਵੀ ਮਰਨਗੇ, ਆਪਣੇ ਵੀ ਮਰਨਗੇ। ਕਿਹਨੂੰ ਨਹੀਂ ਪਤਾ ਹੁੰਦਾ ਵੀ ਜੰਗ ਵਿੱਚ ਮੌਤ ਹੋਣੀ ਹੈ। ਪਰ ਜਦੋਂ ਜੰਗ ਹੋਇਆ ਤੇ ਕਹਿਣ ਲੱਗੇ ਅਰਜਨ ਦਾ ਪੁੱਤਰ ਸੀ ਅਭਿਮਨਿਊ ਦੁਸ਼ਮਣ ਦੇ ਘੇਰੇ ਵਿੱਚ ਆ ਗਿਆ, ਚੱਕਰ ਵਿਊ ਦੇ ਵਿੱਚ ਫਸ ਗਿਆ ਤੇ ਦੁਸ਼ਮਣ ਨੇ ਘੇਰ ਕੇ ਉਹਨੂੰ ਮਾਰਿਆ। ਹਾਲੇ ਕਿ ਅਰਜਨ ਬੁੱਢਾ ਨਹੀਂ ਹੋ ਗਿਆ ਜਾਂ ਅਰਜਨ ਮਰ ਨਹੀਂ ਗਿਆ, ਜਿਉਂਦਾ ਹੈ। ਅੱਗੇ ਵਿਆਹ ਵੀ ਕਰਾ ਸਕਦਾ, ਅੱਗੇ ਸੰਤਾਨ ਪੈਦਾ ਵੀ ਕਰ ਸਕਦਾ। ਪਰ ਕਹਿਣ ਲੱਗੇ ਦੁਨੀਆ ਦਾ ਐਡਾ ਵੱਡਾ ਸੂਰਮਾ ਜਿਹਨੇ ਮੱਛੀ ਦੀ ਅੱਖ ਦੇ ਵਿੱਚ ਤੀਰ ਮਾਰ ਛੱਡਿਆ ਜਾਂ ਚਿੜੀ ਦੀ ਅੱਖ ਵਿੱਚ ਤੀਰ ਮਾਰ ਛੱਡਿਆ, ਪਰ ਕਹਿਣ ਲੱਗੇ ਜਦੋਂ ਪਤਾ ਲੱਗਾ ਨਾ ਮੇਰਾ ਪੁੱਤਰ ਮਰ ਗਿਆ ਤੇ ਜਿੰਨੇ ਹਥਿਆਰ ਸ਼ਾਸਤਰ ਹੱਥ ਵਿੱਚ ਫੜੇ ਸਨ ਨਾ, ਜੰਗ ਲੜਨ ਵਾਲੇ, ਤਲਵਾਰਾਂ ਤੇ ਤੀਰ ਕਮਾਨ ਵਗੈਰਾ ਜੋ ਵੀ ਹੈ, ਉੱਥੇ ਮਿੱਟੀ ਤੇ ਸੁੱਟ ਕੇ, ਧਰਤੀ ਤੇ ਸੁੱਟ ਕੇ ਤੇ ਜਾਰੋ ਜਾਰ ਰੋਣ ਲੱਗਾ। ਭੁੱਬਾ ਮਾਰ ਮਾਰ ਕੇ ਰੋਂਦਾ ਪਿਆ, ਕੂਕਾਂ ਮਾਰ ਮਾਰ ਕੇ ਰੋਂਦਾ ਪਿਆ। ਇਹ ਕੀ ਹੋਇਆ? ਪੁੱਤਰ ਦਾ ਮੋਹ ਜਾਗਿਆ। ਏਡਾ ਵੱਡਾ ਸੂਰਮਾ ਦੁਨੀਆ ਨੇ ਮਹਾਭਾਰਤ ਦੀ ਜੰਗ ਦੇ ਵਿੱਚ ਰੋਂਦਾ ਵੇਖਿਆ। ਦੁਨੀਆ ਦੇ ਜੰਗ ਜਿੱਤਣ ਵਾਲਾ, ਵੱਡੇ ਵੱਡੇ ਰਾਜਿਆਂ ਨੂੰ ਹਰਾਉਣ ਵਾਲਾ, ਭਗਵਾਨ ਕ੍ਰਿਸ਼ਨ ਦੀ ਖੁਸ਼ੀ ਲੈਣ ਵਾਲਾ, ਜਿਹਦੇ ਕਰਕੇ ਮਹਾਭਾਰਤ ਦਾ ਜੰਗ ਜਿੱਤਿਆ ਗਿਆ। ਸਿਰਾ ਅਰਜੁਨ ਦੇ ਸਿਰ ਵੱਜਦਾ ਹੈ। ਪਰ ਕਹਿਣ ਲੱਗੇ ਇੰਨਾ ਕੁਝ ਕਰਨ ਵਾਲਾ ਵੀ ਪੁੱਤਰ ਦੀ ਮੌਤ ਸੁਣ ਕੇ ਤੇ ਰੋਂਦਾ ਵੇਖਿਆ ਦੁਨੀਆ ਨੇ। ਮੋਹ ਨੂੰ ਜਿੱਤਣਾ ਔਖਾ। ਗੁਰੂ ਅਰਜਨ ਸਾਹਿਬ ਲਿਖਦੇ, ਕਹਿਣ ਲੱਗੇ ਸੋਹਣਾ ਹੋ ਜਾਣਾ ਕੋਈ ਔਖਾ ਨਹੀਂ, ਚਲਾਕ ਹੋ ਜਾਣਾ ਬਹੁਤਾ ਔਖਾ ਨਹੀਂ, ਸਿਆਣਪ ਆ ਜਾਣੀ ਕੋਈ ਔਖੀ ਨਹੀਂ, ਵੇਦਾਂ ਸ਼ਾਸਤਰਾਂ ਨੂੰ ਪੜ੍ਹ ਲੈਣਾ, ਗ੍ਰੰਥਾਂ ਨੂੰ ਪੜ੍ਹ ਲੈਣਾ, ਅਧਿਐਨ ਕਰ ਲੈਣਾ ਔਖਾ ਨਹੀਂ। ਪਰ ਬੰਦਿਆ ਜੇ ਔਖਾ ਤੇ ਮੋਹ ਛੱਡਣਾ ਬੜਾ ਔਖਾ ਹੈ। ਐਵੇਂ ਡੀਂਗ ਨਾ ਮਾਰਿਆ ਕਰ ਵੀ ਮੈਂ ਤੇ ਮੋਹ ਨੂੰ ਨੇੜੇ ਨਹੀਂ ਆਉਣ ਦਿੰਦਾ। ਇਹ ਤੇਰੇ ਕੋਲ ਖਾਲੀ ਡੀਂਗਾਂ ਨੇ, ਕੇਵਲ ਗੱਲਾਂ ਨੇ। ਜਦੋਂ ਮੋਹ ਦੀ ਪਰਖ ਪੈਂਦੀ ਹੈ ਤੇ ਅਰਜਨ ਨੂੰ ਪੜ੍ਹ ਜਿਹੜਾ ਰੋਂਦਾ ਪਿਆ ਮਹਾਭਾਰਤ ਦੇ ਜੰਗ ਦੇ ਵਿੱਚ। ਜੰਗ ਭੂਮੀ ਦੇ ਵਿੱਚ ਸੂਰਮੇ ਦਾ ਰੋਣਾ ਕਾਇਰਤਾ ਖਵਾਉਂਦਾ, ਉਹਨੂੰ ਕਾਇਰ ਮੰਨਿਆ ਜਾਂਦਾ, ਬੁਜ਼ਦਿਲ ਮੰਨਿਆ ਜਾਂਦਾ ਵੀ ਜੰਗ ਦੇ ਮੈਦਾਨ ਵਿੱਚ ਜਿੱਥੇ ਲੜਨਾ ਉੱਥੇ ਰੋਂਦਾ ਪਿਆ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਮਾਨ ਮੋਹ। ਅਗਲਾ ਬਚਨ ਆ ਗਿਆ ਮੇਰ ਤੇਰ। ਮੇਰ ਤੇਰ ਕੀ ਹੈ? ਆ ਪਦਾਰਥ ਮੇਰਾ ਹੈ, ਇਹ ਤੇ ਮੇਰਾ ਕਬਜ਼ਾ ਹੈ, ਆ ਵਸਤੂ ਤੇਰੀ ਹੈ, ਇਹ ਤੇਰੇ ਕੋਲ ਰਹੇਗੀ। ਇਹ ਮੇਰ ਤੇਰ ਛੱਡਣੀ ਬੜੀ ਔਖੀ ਹੈ।
ਇੱਕ ਮਾਂ ਦੀ ਕੁੱਖ ਤੋਂ 2 ਪੁੱਤਰ ਪੈਦਾ ਹੋਏ, ਵੱਡੇ ਹੋ ਗਏ, ਤੇ ਉਹਨਾਂ ਦੋਵਾਂ ਭਰਾਵਾਂ ਦੇ ਵਿੱਚ ਜਿਹੜੇ ਇੱਕ ਘਰ ਤੋਂ ਪੈਦਾ ਹੋਏ, ਇੱਕ ਮਾਂ ਦਾ ਦੁੱਧ ਪੀਤਾ, ਇੱਕ ਚੁੱਲ੍ਹੇ ਦੇ ਵਿੱਚੋਂ, ਇੱਕ ਪਤੀਲੇ ਦੇ ਵਿੱਚੋਂ ਉਹਨਾਂ ਨੇ ਸਬਜ਼ੀ ਭਾਜੀ ਤੇ ਪ੍ਰਸ਼ਾਦਾ ਛਕਿਆ, ਇੱਕੇ ਥਾਂ ਤੇ ਪੜ੍ਹੇ, ਇੱਕੇ ਥਾਂ ਤੇ ਖੇਡੇ। ਪਰ ਇੱਕ ਸਮਾਂ ਉਹੋ ਜਿਹਾ ਆ ਗਿਆ ਜਦੋਂ ਉਹਨਾਂ ਭਰਾਵਾਂ ਦੇ ਵਿੱਚ ਮੇਰ ਤੇਰ ਪੈ ਗਈ, ਇਹ ਘਰ ਮੇਰਾ ਹੈ, ਇਹ ਵਸਤੂ ਮੇਰੀ ਹੈ। ਤੇ ਜਦੋਂ ਵੰਡ ਵੰਡਈਆ ਹੁੰਦਾ, ਕੌਲੀਆਂ ਤੇ ਗਲਾਸ ਵੀ ਉੱਥੇ ਗਿਣੇ ਜਾਂਦੇ, ਚਮਚੇ ਵੀ ਗਿਣੇ ਜਾਂਦੇ ਵੀ ਇੰਨੇ ਮੈਨੂੰ ਮਿਲਣਗੇ ਤੇ ਇੰਨੇ ਤੈਨੂੰ ਮਿਲਣਗੇ। ਤੇ ਜੇ ਵੇਖਿਆ ਜਾਵੇ ਹੈ ਤੇ ਸਕੇ ਭਰਾ ਇੱਕੋ ਖੂਨ ਹੈ, ਇੱਕੋ ਥਾਂ ਤੇ ਪਲੇ, ਇੱਕੋ ਥਾਂ ਤੇ ਖੇਡੇ। ਪਰ ਇਹ ਮੇਰ ਤੇਰ ਜਿਹੜੀ ਹੈ ਨਾ, ਸਕੇ ਭਰਾਵਾਂ ਨੂੰ ਦੂਰ ਕਰ ਦਿੰਦੀ ਹੈ, ਛੱਡਣੀ ਬੜੀ ਔਖੀ ਹੈ। ਬਿਵਰਜਤ ਤੋਂ ਭਾਵ ਹੁੰਦਾ ਤਿਆਗਣਾ, ਮੋਹ ਛੱਡਣਾ, ਮਾਨ ਛੱਡਣਾ, ਮੇਰ ਤੇਰ ਛੱਡਣੀ ਬੜੀ ਔਖੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹੋ ਮਾਰਗ ਖੰਡੇ ਧਾਰ। ਬੰਦਿਆ ਜਿਵੇਂ ਖੰਡੇ ਦੀ ਧਾਰਾ ਤਿੱਖੀ ਹੁੰਦੀ ਹੈ ਨਾ, ਤੇ ਖੰਡੇ ਦੀ ਧਾਰ ਤੇ ਤੁਰਿਆ ਨਹੀਂ ਜਾ ਸਕਦਾ, ਔਖਾ। ਖੰਡੇ ਤੇ ਪੈਰ ਰੱਖੇਗਾ, ਤਲਵਾਰ ਤੇ ਪੈਰ ਰੱਖੇਗਾ ਤੇ ਪੈਰ ਪਾੜ ਜਾਏਗਾ। ਤਲਵਾਰ ਦੀ ਨੋਕ ਤੇ ਤੁਰਨਾ, ਖੰਡੇ ਦੀ ਧਾਰ ਤੇ ਤੁਰਨਾ ਜਿਵੇਂ ਔਖਾ ਹੈ, ਇਸੇ ਤਰ੍ਹਾਂ ਮਾਣ ਤੇ ਮੋਹ ਨੂੰ ਛੱਡਣਾ, ਮੇਰ ਤੇ ਤੇਰ ਨੂੰ ਛੱਡਣਾ ਵੀ ਬੜਾ ਔਖਾ ਹੈ, ਬੜਾ ਕਠਿਨ ਹੈ। ਕਉ ਨਾਨਕ ਤਿੰਨ ਭਵਜਲ ਤਰਿਐ ਲੈ, ਪ੍ਰਭ ਕਿਰਪਾ ਸੰਤ ਸੰਗਾਰ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਦੇ ਉੱਪਰ ਪਰਮਾਤਮਾ ਨੇ ਕਿਰਪਾ ਕੀਤੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪੁੱਛਿਆ, ਮਹਾਰਾਜ ਕੋਈ ਨਹੀਂ ਹੈ ਫਿਰ ਮੇਰ ਤੇਰ ਛੱਡਣ ਵਾਲਾ, ਮਾਣ ਮੋਹ ਛੱਡਣ ਵਾਲਾ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਹੀਂ ਭਾਈ, ਐਸੀ ਬਾਤ ਨਹੀਂ ਹੈ। ਪ੍ਰਭ ਕਿਰਪਾ ਸੰਤ ਸੰਗਾਰ, ਜਿਹਦੇ ਉੱਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਜਿਹਨੂੰ ਸੰਗਤ ਮਿਲੀ ਹੈ ਸਾਧੂਆਂ ਦੀ, ਜਿਵੇਂ ਆਪ ਜੀ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਕੇ, ਸੰਗਤ ਵਿੱਚ ਆ ਕੇ, ਉਹਨਾਂ ਤੇ ਪ੍ਰਮਾਤਮਾ ਫਿਰ ਕਿਰਪਾ ਕਰਦਾ ਹੈ, ਉਹਨਾਂ ਦਾ ਮਾਣ ਵੀ ਹਟਾ ਦਿੰਦਾ, ਮੋਹ ਵੀ ਹਟਾ ਦਿੰਦਾ, ਤੇ ਸੰਸਾਰ ਵਿੱਚੋਂ ਉਹਨਾਂ ਨੂੰ ਕੱਢ ਲੈਂਦਾ। ਕਹੋ ਨਾਨਕ ਤਿੰਨ ਭਵਜਲ ਤਰਿਆ। ਭਵਜਲ ਕਹਿੰਦੇ ਸੰਸਾਰ ਨੂੰ, ਉਹਨਾਂ ਨੇ ਸੰਸਾਰ ਨੂੰ ਤਰ ਲਿਆ। ਕਿਹਨਾਂ ਨੇ? ਜਿਨ੍ਹਾਂ ਦੇ ਉੱਪਰ ਪਰਮਾਤਮਾ ਨੇ ਕਿਰਪਾ ਕਰਕੇ ਸਤ ਸੰਗਤ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹਨ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ, ਘਰ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੈਂ ਪੇਖਿਓ ਰੀ ਉੱਚਾ, ਮੋਹਨ ਸਭ ਤੇ ਉੱਚਾ। ਅਰਜਨ ਸਾਹਿਬ ਪਾਤਸ਼ਾਹ ਦਾ ਇਹ ਸ਼ਬਦ ਆਪਾਂ ਪੰਜਵੇਂ ਘਰ ਦੇ ਅੰਦਰ ਸਰਵਣ ਕਰ ਰਹੇ ਹਾਂ। ਦੇਵ ਗੰਧਾਰੀ ਰਾਗ ਦਾ ਨਾਮ ਹੈ। ਮੰਗਲਾਚਰਨ ਮਹਾਰਾਜ ਬਖਸ਼ਿਸ਼ ਕਰਦੇ ਨੇ, ਪਰਮਾਤਮਾ ਇੱਕ ਹੈ। ਗੁਰੂ ਕਿਰਪਾ ਨਾਲ, ਗੁਰੂ ਰਹਿਮਤ ਨਾਲ ਉਹ ਪ੍ਰਾਪਤ ਹੁੰਦਾ ਹੈ। ਪੇਖਿਓ ਰੀ, ਐ ਸਖੀ, ਐ ਮਿੱਤਰੋ, ਮੈਂ ਵੇਖਿਆ ਹੈ। ਮੋਹਨ ਜਿਹੜਾ ਹੈ ਨਾ ਉੱਚਾ ਹੈ, ਕੱਲਾ ਉੱਚਾ ਨਹੀਂ, ਸਭ ਤੇ ਉੱਚਾ, ਉਹ ਸਾਰਿਆਂ ਤੋਂ ਉੱਚਾ ਪਰਮਾਤਮਾ ਹੈ। ਮਨੁੱਖ ਆਪਣੇ ਆਪ ਨੂੰ ਉੱਚਾ ਸਮਝਦਾ, ਪਰ ਮਨੁੱਖ ਤੋਂ ਉੱਚੇ ਕੌਣ ਨੇ? ਦੇਵਤੇ। ਉਹ ਪਰਮਾਤਮਾ ਮਨੁੱਖਾਂ ਤੋਂ ਵੀ ਉੱਚਾ, ਤੇ ਜਿਹੜੇ ਦੇਵਤੇ ਨੇ ਉਹਨਾਂ ਤੋਂ ਵੀ ਉੱਚਾ ਹੈ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਡਾਨ ਆਦੇਸ ਤਿਸੈ। ਆਦੇਸ ਬਚਨ ਹੈ ਗੁਰਬਾਣੀ ਦਾ, ਵੀ ਉਹ ਪਰਮਾਤਮਾ ਮਨੁੱਖਾਂ ਨੂੰ ਵੀ ਵੇਖਦਾ, ਉਹ ਪਰਮਾਤਮਾ ਦੇਵਤਿਆਂ ਨੂੰ ਵੀ ਵੇਖਦਾ ਹੈ। ਪਰ ਉਹ ਪਰਮਾਤਮਾ ਇੰਨਾ ਵੱਡਾ ਹੈ, ਮਨੁੱਖ ਉਸ ਨੂੰ ਵੇਖ ਨਹੀਂ ਸਕਦਾ, ਦੇਵਤਾ ਉਸ ਨੂੰ ਵੇਖ ਨਹੀਂ ਸਕਦਾ, ਜਿੰਨਾ ਚਿਰ ਉਹ ਆਪ ਨਾ ਚਾਹਵੇ ਵੀ ਮੈਨੂੰ ਇਹ ਵੇਖ ਲਵੇ। ਇਸ ਕਰਕੇ ਮੈਂ ਪੇਖਿਓ ਰੀ ਉੱਚਾ, ਮੋਹਨ ਸਭ ਤੇ ਉੱਚਾ। ਐ ਸਖੀਓ, ਐ ਮਿੱਤਰੋ, ਐ ਭਾਈਓ, ਮੈਂ ਵੇਖਿਆ ਹੈ ਉਹ ਮੋਹਨ ਪਰਮਾਤਮਾ ਉੱਚਿਆਂ ਤੋਂ ਵੀ ਉੱਚਾ ਹੈ। ਆਨ ਸੰਸਰ ਕੋ ਲਾਗੈ, ਢੂੰਡ ਰਹੇ ਹਮ ਉੱਚਾ। ਉਹਦੇ ਬਰਾਬਰ ਕੋਈ ਦੁਨੀਆ ਦਾ ਬੰਦਾ ਹੈ ਹੀ ਨਹੀਂ। ਸਮਸਰ ਤੋਂ ਭਾਵ ਹੁੰਦਾ ਬਰਾਬਰ, ਆਨ ਨਾ ਸਮਸਰ, ਕੋਈ ਦੂਜਾ ਉਹਦੇ ਬਰਾਬਰ ਹੈ ਹੀ ਨਹੀਂ। ਢੂੰਡ ਰਹੇ ਹਮ ਮੂਚਾ, ਅਸੀਂ ਬਹੁਤੀਆਂ ਜਗ੍ਹਾ ਘੁੰਮ ਘੁੰਮ ਕੇ ਵੇਖ ਲਈਆਂ, ਦੇਸ਼ ਤੇ ਵਿਦੇਸ਼ ਵਿੱਚ ਜਾ ਕੇ ਆ ਗਏ, ਪਰ ਉਹਦੇ ਵਰਗਾ ਕੋਈ ਦੂਜਾ ਉੱਚਾ ਜਾਂ ਵੱਡਾ ਨਹੀਂ ਹੈ। ਰਹੋ ਬਹੁ
ਬਹੁ ਬੇਅੰਤ ਅਤ ਬੜੋ ਗਹਿਰੋ ਥਾ ਨਹੀਂ ਅਗ ਉੱਚਾ। परमात्मा बहु बेअंत है, इन्ना बेअंत है कि ताका अंत न पारावार, ਉਹਦਾ अंत पारावार नहीं है। ਬਹੁਤਾ ਕਹੀਏ ਬਹੁਤਾ ਹੋਏ, अंत कारण केते बिललाहे ताके अंत ना पाए जाहे। ये बचन है गुरु नानक साहब जियां दा। बहु बेअंत, परमात्मा बड़ा बेअंत है। अत बड़ो गाहरो, वो बहुत डूंगा है। दुनिया ने मनिया भी समुंदर बड़ा डूंगा है, पर वो समुंदर तो भी किते ज़्यादा डूंगा। ਉਹਦੀ ਡੂੰਘਾਈ ਜੇ ਮਾਪਣੀ ਹੈ ਤੇ ਸਾਨੂੰ ਇਤਿਹਾਸ ਪੜ੍ਹਨਾ ਪਵੇਗਾ। ਕਹਿਣ ਲੱਗੇ ਬਰਮਾ ਨੇ ਇੱਕ ਵਾਰੀ ਹੰਕਾਰ ਕੀਤਾ ਵੀ ਮੈਂ ਦੁਨੀਆ ਦਾ ਖੁਦਾ ਹਾਂ, ਮੈਂ ਦੁਨੀਆ ਦਾ ਰੱਬ ਹਾਂ। ਤੇ ਜਦੋਂ ਇਹ ਗੱਲ ਆਖੀ ਤੇ ਕਹਿਣ ਲੱਗੇ ਕਮਲ ਦੀ ਫੁੱਲ ਵਿੱਚੋਂ ਆਵਾਜ਼ ਆਈ ਵੀ ਬਰਮਾ ਤੈਨੂੰ ਜਨਮ ਤੇ ਮੈਂ ਦਿੱਤਾ, ਫੁੱਲ ਵਿੱਚੋਂ ਤੂੰ ਜੰਮਿਆ, ਤੂੰ ਰੱਬ ਕਿਵੇਂ ਹੋਇਆ? ਤੇ ਕਹਿਣ ਲੱਗੇ ਬੰਦੇ ਨੂੰ ਗੱਲ ਪਚਦੀ ਨਹੀਂ ਨਾ, ਜਿਹੜੀ ਆਪਣੇ ਤੋਂ ਉਲਟ ਹੋਵੇ ਉਹ ਗੱਲ ਸਾਨੂੰ ਚੰਗੀ ਨਹੀਂ ਲੱਗਦੀ। ਇਹਨੇ ਠੁੱਡ ਮਾਰਿਆ, ਪੈਰ ਦੇ ਨਾਲ ਪੈਰ ਮਾਰਿਆ ਫੁੱਲ ਨੂੰ ਵੀ ਤੂੰ ਨਿੱਕਾ ਜਿਹਾ ਫੁੱਲ, ਮੈਂ ਐਡਾ ਵੱਡਾ ਦੇਵਤਾ। ਤੇ ਕਹਿਣ ਲੱਗੇ ਇਹੋ ਜਿਹਾ ਪੈਰ ਫਿਸਲਿਆ, ਇਹੋ ਜਿਹਾ ਤਿਲਕਿਆ ਕਿ ਉਸੇ ਫੁੱਲ ਦੇ ਵਿੱਚ ਹੀ ਜਾ ਡਿੱਗਿਆ। ਹੁਣ ਆਪਾਂ ਦੇਖਦੇ ਹਾਂ ਕਮਲ ਦੇ ਫੁੱਲ ਦੇ ਥੱਲੇ ਇੱਕ ਨਾਲੀ ਹੁੰਦੀ, ਪੈਪ ਜਿਹਾ, ਜਿਹਦੇ ਉੱਪਰ ਫੁੱਲ ਲੱਗਾ ਹੁੰਦਾ। ਬਰਮਾ ਦਾ ਸਿਰ ਥੱਲੇ ਨੂੰ, ਲੱਤਾਂ ਉੱਪਰ ਨੂੰ, 18 ਯੁੱਗ ਕਹਿੰਦੇ ਉਸੇ ਪੈਪ ਦੇ ਵਿੱਚ ਉਹ ਨਾਲੀ ਜਿਹੜੀ ਹੁੰਦੀ ਹੈ ਫੁੱਲ ਦੀ, 18 ਯੁੱਗ, ਇੱਕ ਦਿਨ ਨਹੀਂ, 2 ਦਿਨ ਨਹੀਂ, 18 ਯੁੱਗ ਉਹਦੇ ਵਿੱਚ ਘੁੰਮਦਾ ਰਿਹਾ। ਪਰ ਫਿਰ ਜਾ ਕੇ ਅਕਲ ਆਈ, ਕਿਉਂਕਿ ਸਾਨੂੰ ਉਦੋਂ ਸਮਝ ਲੱਗਦੀ ਜਦੋਂ ਮਾਰ ਪੈਂਦੀ ਨਾ ਅੱਗੋਂ, ਫਿਰ ਸਾਨੂੰ ਸਮਝ ਲੱਗਦੀ ਵੀ ਨਹੀਂ ਮੈਂ ਗਲਤ ਕੀਤਾ। ਪਹਿਲਾਂ ਅਸੀਂ ਨਹੀਂ ਮੰਨਦੇ। ਬਰਮਾ ਕਿੱਥੇ ਮੰਨਦਾ ਵੀ ਮੈਂ ਗਲਤ ਕੀਤਾ? ਜਦੋਂ 18 ਯੁੱਗ ਪੁੱਠਾ ਲੜਕਿਆ ਫਿਰ ਸਮਝ ਆਈ ਵੀ ਜਿਹੜਾ ਐਡਾ ਵੱਡਾ ਕਮਲ ਦਾ ਫੁੱਲ ਪੈਦਾ ਕਰ ਸਕਦਾ ਉਹ ਰੱਬ ਕਿੱਡਾ ਵੱਡਾ ਹੋਵੇਗਾ। ਫਿਰ ਗਲਤੀ ਮੰਨੀ ਤੇ ਬਾਹਰ ਆਇਆ। ਅਸੀਂ ਆਖਦੇ ਹਾਂ ਸਮੁੰਦਰ ਡੂੰਘਾ ਹੈ, ਪਰ ਉਹ ਪਰਮਾਤਮਾ ਇੰਨਾ ਡੂੰਘਾ ਵੀ ਬਰਮਾ ਵਰਗਿਆਂ ਦੇ 18 ਯੁੱਗ ਚੱਕਰ ਲਵਾ ਛੱਡਦਾ ਪਤਾਲ ਦੇ ਵਿੱਚ ਲਿਜਾ ਕੇ। ਉਹ ਬੜਾ ਡੂੰਘਾ ਹੈ। ਥਾਹ ਨਹੀਂ ਅਗ ਹੂਚਾ, ਉਹਦਾ ਕੋਈ ਥਾਹ ਨਹੀਂ ਹੈ। ਉਹ ਬਹੁਤ ਅੱਗੇ ਤੋਂ ਅੱਗੇ ਹੈ। ਉਹ ਅਪਕੜ ਹੈ, ਉਹਨੂੰ ਪਕੜਿਆ ਨਹੀਂ ਜਾ ਸਕਦਾ। ਸੰਸਾਰ ਦੇ ਵਿੱਚ ਅਸੀਂ ਆਪਣੇ ਸਰੀਰ ਨੂੰ ਪਕੜ ਸਕਦੇ ਹਾਂ, ਆਪਣੇ ਕੱਪੜਿਆਂ ਨੂੰ, ਭੋਜਨ ਨੂੰ ਪਕੜ ਕੇ ਖਾ ਸਕਦੇ ਹਾਂ, ਪਰ ਜੇ ਹਵਾ ਜਾਂਦੀ ਹੋਵੇ ਤੇ ਆਪਾਂ ਆਖੀਏ ਵੀ ਹਵਾ ਨੂੰ ਮੈਂ ਹੱਥ ਵਿੱਚ ਫੜ ਲਵਾਂ, ਨਹੀਂ ਫੜਿਆ ਜਾਣਾ। ਰੋਸ਼ਨੀ ਹੈ ਤੇ ਆਖੀਏ ਵੀ ਰੋਸ਼ਨੀ ਹੱਥ ਵਿੱਚ ਫੜ ਲਵਾਂ, ਨਹੀਂ ਫੜੀ ਜਾਣੀ ਹੈ। ਇਸੇ ਤਰ੍ਹਾਂ ਉਹ ਪਰਮਾਤਮਾ ਹੱਥ ਵਿੱਚ ਪਕੜਿਆ ਨਹੀਂ ਜਾਂਦਾ ਹੈ। ਤੋਲ ਨਾ ਤੁਲਿਆ ਮੋਲ ਨਾ ਮੁਲਿਆ ਕਤ ਪਾਈਏ ਮਨ ਰੂਚਾ। ਦਿਨ ਸਾਹਿਬ ਪਾਤਸ਼ਾਹ ਕਹਿਣ ਲੱਗੇ ਤਕੜੀ ਵਟਾ ਲੈ ਕੇ ਆ, ਰੱਬ ਤੋਲਿਆ ਨਹੀਂ ਹੋ ਜਾਣਾ, ਤੇ ਪੈਸੇ ਲੈ ਕੇ ਆ ਤੇ ਉਹ ਪਰਮਾਤਮਾ ਖਰੀਦਿਆ ਕੋਈ ਨਹੀਂ ਹੋ ਜਾਣਾ। ਤੋਲ ਨਾ ਤੁਲੀਏ, ਦੁਨੀਆ ਵਿੱਚ ਕੋਈ ਇਹੋ ਜਿਹਾ ਵੱਟਾ ਨਹੀਂ ਬਣਿਆ ਜਿਸ ਵੱਟੇ ਦੇ ਨਾਲ ਉਸ ਨੂੰ ਤੋਲਿਆ ਜਾਵੇ। ਦੁਨੀਆ ਦੇ ਵਿੱਚ ਇਹੋ ਜਿਹਾ ਸਿੱਕਾ ਨਹੀਂ ਬਣਿਆ, ਮਾਇਆ ਨਹੀਂ ਬਣੀ, ਹੈ ਸ਼ਰਫੀ ਜਾਂ ਡਾਲਰ ਨਹੀਂ ਬਣੇ ਵੀ ਪਰਮਾਤਮਾ ਨੂੰ ਖਰੀਦ ਲਈਏ। ਉਹ ਨਾ ਤੋਲਿਆ ਜਾਂਦਾ, ਨਾ ਮੁੱਲ ਪਾਇਆ ਜਾਂਦਾ। ਕਤ ਪਾਈਏ ਮਨ ਰੂਚਾ, ਜਿਹੜਾ ਮਨ ਨੂੰ ਬੜਾ ਚੰਗਾ ਲੱਗਦਾ, ਸੋਹਣਾ ਲੱਗਦਾ, ਉਹਨੂੰ ਕਿਸ ਤਰੀਕੇ ਦੇ ਨਾਲ ਪਾਉਣਾ ਕਰਾਂ। ਖੋਜ ਸੰਖਾਨ ਇੱਕ ਤਪੰਥਾ ਬਿਨ ਗੁਰ ਨਹੀਂ ਪਹੁੰਚਾ। ਗੁਰੂ ਪਾਤਸ਼ਾਹ ਕਹਿਣ ਲੱਗੇ ਖੋਜ ਅਸੰਖਾ। ਅਸੰਖ ਇੱਕ ਗਿਣਤੀ ਦਾ ਨਾਮ ਹੈ, ਪਰ ਇਹ ਗਿਣਤੀ ਉਹ ਮੰਨੀ ਜਾਂਦੀ ਹੈ ਜਿੱਥੇ ਗਿਣਤੀ ਜਾ ਕੇ ਖਤਮ ਹੋ ਜਾਂਦੀ ਹੈ। ਜਿਵੇਂ ਮਹਾਰਾਜ ਨੇ ਲਿਖਿਆ ਅਸੰਖ ਜਪ ਅਸੰਖ ਭਾਓ, ਇੱਥੇ ਅਸੰਖਾ ਬਚਨ ਆ ਗਿਆ। ਅਸੰਖਾ ਤੋਂ ਭਾਵ ਹੁੰਦਾ ਬੇਅੰਤ, ਜਿਹੜਾ ਗਿਣਤੀ ਤੋਂ ਪਰੇ ਹੋ ਜਾਵੇ। ਉਸ ਪਰਮਾਤਮਾ ਨੂੰ ਪਤਾ ਨਹੀਂ ਕਿੰਨੇ ਕੋ ਲੱਭਦੇ ਪਏ ਨੇ, ਉਹਨਾਂ ਬੰਦਿਆਂ ਦੀ ਗਿਣਤੀ ਨਹੀਂ ਪਾਈ ਜਾ ਸਕਦੀ। ਰੱਬ ਦੀ ਗਿਣਤੀ ਕਰਨੀ ਤੇ ਦੂਰ ਦੀ ਗੱਲ ਹੈ। ਜਿਹੜੇ ਘਰ ਛੱਡ ਕੇ ਉਹਨੂੰ ਲੱਭਣ ਵਾਸਤੇ ਤੁਰੇ ਨਾ, ਜਦੋਂ ਤੋਂ ਦੁਨੀਆ ਬਣੀ ਹੈ, ਉਹ ਲੱਭਣ ਵਾਲਿਆਂ ਦੀ ਗਿਣਤੀ ਕੋਈ ਨਹੀਂ ਹੈ ਵੀ ਕਿੰਨੇ ਕੋ ਸਨ ਜਿਹੜੇ ਲੱਭਣ ਤੁਰੇ ਪਰ ਲੱਭ ਕੋਈ ਨਹੀਂ ਸਕੇ। ਖੋਜ ਅਸੰਖਾ ਤੇ ਅਨਕਤ ਪੰਥਾ, ਅਨੇਕ ਤਰ੍ਹਾਂ ਦੇ ਤਪ ਕਰਨ ਵਾਲੇ ਤਪੀਸਰ ਜਿਹੜੇ ਸਨ, ਤਪੀ ਕਰਨ ਵਾਲੇ, ਤਪ ਕਰਨ ਵਾਲੇ ਜਿਹੜੇ ਮੁਨੀ ਸਨ, ਬੜੇ ਬੜੇ ਤਪ ਕੀਤੇ ਪਰ ਲੱਭਿਆ ਤੇ ਉਹਨਾਂ ਨੂੰ ਵੀ ਨਹੀਂ। ਕਿਉਂ ਨਹੀਂ ਲੱਭਿਆ ਮਹਾਰਾਜ? ਸਤਿਗੁਰੂ ਕਹਿਣ ਲੱਗੇ ਬਿਨ ਗੁਰ ਨਹੀਂ ਪਹੁੰਚਾ।
ਗੁਰੂ ਤੋਂ ਬਿਨਾ ਕਦੇ ਪ੍ਰਮਾਤਮਾ ਨਹੀਂ ਜੇ ਮਿਲਦਾ, ਭਾਵੇਂ ਕੋਈ ਕਿੰਨੀ ਵੀ ਲੰਮੀ ਉਮਰਾਂ ਵਾਲਾ ਕਿਉਂ ਨਾ ਹੋਵੇ। ਕਹੋ ਨਾਨਕ ਕਿਰਪਾ ਕਰੀ ਠਾਕਰ, ਮਿਲ ਸਾਧੂ ਰਸ ਪੁੰਚਾ। ਪਰ ਕਿਰਪਾ ਹੋਈ ਹੈ, ਸਾਧੂ ਸੰਗਤ ਵਿੱਚ ਮਿਲ ਕੇ ਉਹ ਰਸ ਨੂੰ ਭੋਗਦੇ, ਆਨੰਦ ਨੂੰ ਮਾਣਦੇ ਹਨ। ਦੇਵ ਗੰਧਾਰੀ ਮਹੱਲਾ ਪੰਜਵਾਂ, ਮੈਂ ਬਹੁ ਬਿਦ ਪੇਖਿਓ ਦੂਜਾ ਨਾਹਿਰੀ ਕੋ। ਗੁਰੂ ਪਾਤਸ਼ਾਹ ਕਹਿਣ ਲੱਗੇ, ਬੜੇ ਤਰੀਕੇ ਨਾਲ ਲੱਭ ਕੇ ਦੇਸ਼ ਵਿਦੇਸ਼ ਦੇ ਵਿੱਚ ਵੇਖ ਲਿਆ, ਧਰਤੀ ਵਿੱਚ ਵੇਖਿਆ, ਪਤਾਲ ਆਕਾਸ਼ ਦੇ ਵਿੱਚ ਵੇਖਿਆ, ਪਰ ਇਸ ਗੱਲ ਤੇ ਅਸੀਂ ਪਹੁੰਚੇ ਹਾਂ ਵੀ ਉਹਦੇ ਬਿਨਾ ਕੋਈ ਦੂਜਾ ਨਹੀਂ ਹੈ। ਖੰਡ ਦੀਪ ਸਭ ਭੀਤਰ ਰਵਿਆ, ਪੂਰਿਓ ਸਭ ਲੋ। ਜਿਹੜੇ ਧਰਤੀ ਦੇ 9 ਖੰਡ ਨੇ, ਇਹਨਾਂ ਵਿੱਚ ਵੀ ਉਹ ਪ੍ਰਮਾਤਮਾ ਹੈ। ਜਿਹੜੇ 7 ਦੀਪ ਨੇ, ਟਾਪੂ ਨੇ ਸਮੁੰਦਰਾਂ ਦੇ ਵਿੱਚ, ਉਹਨਾਂ ਵਿੱਚ ਵੀ ਉਹ ਪ੍ਰਮਾਤਮਾ ਹੈ। ਸਾਰਿਆਂ ਦੇ ਵਿੱਚ ਉਹ ਰਵਿਆ ਹੋਇਆ, ਸਮਾਇਆ ਹੋਇਆ ਹੈ। ਰਹਾਉ ਅਗੰਮ ਅਗੰਮਾ ਕੌਣ ਮਹਿਮਾ, ਮਨ ਜੀਵੇ ਸੁਣ ਸੋ। ਅਗਮ ਅਗੰਮਾ, ਉਹ ਪ੍ਰਮਾਤਮਾ ਅਗਮ ਤੋਂ ਅਗਮ ਹੈ, ਮਨ ਦੀ ਪਹੁੰਚ ਤੋਂ ਪਰੇ ਹੈ, ਮਨ ਵੀ ਪਕੜ ਨਹੀਂ ਸਕਦਾ। ਤੇ ਕਵਨ ਮਹਿਮਾ ਤੋਂ ਭਾਵ ਹੁੰਦਾ ਮਹਿਮਾ। ਕੌਣ ਹੈ ਦੁਨੀਆ ਦਾ ਬੰਦਾ ਜਿਹੜਾ ਇਹ ਗੱਲ ਕਵੇ ਵੀ ਮੈਂ ਰੱਬ ਦੀ ਸਿਫਤ ਪੂਰੀ ਕਰ ਲਈ ਹੈ। ਦੁਨੀਆ ਵਿੱਚ ਇਹੋ ਜਿਹਾ ਕੋਈ ਪੈਦਾ ਨਹੀਂ ਹੋਇਆ ਜਿਹੜਾ ਆਖੇ ਵੀ ਮੈਂ ਉਹਦੀ ਮਹਿਮਾ ਸਾਰੀ ਕਹਿ ਲਈ ਹੈ, ਨਹੀਂ ਕੋਈ ਕਹਿ ਸਕਿਆ। ਮਨ ਜੀਵੈ ਸੁਣ ਸੋ, ਉਹਦੇ ਨਾਮ ਨੂੰ ਸੁਣ ਕੇ ਸਾਡੇ ਮਨ ਦਾ ਜਿਉਣਾ ਹੁੰਦਾ ਹੈ। 4 ਆਸ਼ਰਮ 4 ਬਰਨਾ, ਮੁਕਤ ਭਏ ਸੇਵ ਤੋ। 4 ਆਸ਼ਰਮ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਵੀ ਦੁਨੀਆ 4 ਤਰੀਕਿਆਂ ਨਾਲ ਵੰਡੀ ਹੋਈ ਹੈ। ਇੱਕ ਆਸ਼ਰਮ ਹੈ ਗ੍ਰਸਤੀ, ਜਿਹਦੇ ਵਿੱਚ ਆਪਾਂ ਆਏ ਹੋਏ ਹਾਂ। ਸਾਡਾ ਜਨਮ ਹੋਇਆ, ਸਾਡੇ ਅੱਗੇ ਬੱਚਿਆਂ ਦਾ ਜਨਮ ਹੋਵੇਗਾ, ਅਸੀਂ ਪਰਿਵਾਰ ਦੇ ਵਿੱਚ ਰਹਿੰਦੇ ਹਾਂ। ਇਸ ਕਰਕੇ ਸਾਨੂੰ ਆਖਿਆ ਜਾਂਦਾ ਗ੍ਰਸਤੀ, ਗ੍ਰਸਤ ਧਰਮ ਨੂੰ ਧਾਰਨ ਕਰਨ ਵਾਲਾ। ਤੇ ਜਿਹੜੇ ਵਿਆਹੇ ਹੋਏ ਨੇ, ਪਰਿਵਾਰ ਵਾਲੇ ਨੇ, ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਨੂੰ ਪ੍ਰਾਪਤ ਹੋਇਆ। ਦੂਜੇ ਨੰਬਰ ਤੇ ਨੇ ਬਾਨ ਪ੍ਰਸਤ, ਬਾਨ ਕਹਿੰਦੇ ਜੰਗਲ ਨੂੰ, ਜੰਗਲ ਵਿੱਚ ਰਹਿਣ ਵਾਲੇ, ਉਹਨਾਂ ਉੱਪਰ ਵੀ ਉਹਦੀ ਪ੍ਰਾਪਤੀ ਹੋਈ ਹੈ। ਤੀਜੇ ਨੰਬਰ ਤੇ ਸੰਨਿਆਸੀ, ਜਿਨ੍ਹਾਂ ਨੇ ਸੰਨਿਆਸ ਲੈ ਲਿਆ, ਘਰ-ਬਾਰ ਛੱਡ ਦਿੱਤਾ, ਉਹ ਵੀ ਉਹਦੀ ਸੇਵਾ ਕਰਕੇ ਸਫਲੇ ਹੋਏ। ਤੇ ਚੌਥੇ ਨੰਬਰ ਤੇ ਨੇ ਬ੍ਰਹਮਚਾਰੀ, ਜਿਹੜੇ ਕਹਿੰਦੇ ਵਿਆਹ ਨਹੀਂ ਕਰਾਉਣਾ ਚਾਹੀਦਾ, ਕਹਿੰਦੇ ਉਹਨਾਂ ਨੇ ਵੀ ਸੇਵਾ ਕਰਕੇ ਆਪਣੇ ਆਪ ਨੂੰ ਸਫਲਤਾ ਹੀ ਕੀਤੀ ਹੈ। 4 ਆਸ਼ਰਮ ਇਹ ਨੇ। ਤੇ 4 ਵਰਨ ਮਹਾਰਾਜ ਕਹਿਣ ਲੱਗੇ, ਖੱਤਰੀ, ਬ੍ਰਾਹਮਣ, ਸੂਦਰ ਤੇ ਵੈਸ਼, ਇਹ 4 ਵਰਨ ਹਨ। ਤੇ ਪਾਤਸ਼ਾਹ ਕਹਿਣ ਲੱਗੇ, ਮੁਕਤ ਭੈ ਸੇਵ ਤੋ, ਇਹ ਸਾਰੇ ਉਹਦੀ ਸੇਵਾ ਕਰਕੇ ਜਾਂ ਇਹਨਾਂ ਵਿੱਚੋਂ ਜਿੰਨੇ ਵੀ ਉਹਦੀ ਸੇਵਾ ਕੀਤੀ ਉਹ ਮੁਕਤ ਹੋ ਗਿਆ ਹੈ। ਗੁਰ ਸ਼ਬਦ ਦਰਾਇਆ ਪਰਮ ਪਦ ਪਾਇਆ, ਦੁਤਿਆਂ ਗਏ ਸੁਖ ਹੋ। ਗੁਰੂ ਸ਼ਬਦ ਨੂੰ ਦ੍ਰਿੜ ਕੀਤਾ ਹੈ। ਦ੍ਰਿੜ ਤੋਂ ਭਾਵ ਹੁੰਦਾ ਪੱਕਿਆਂ ਕਰ ਲੈਣਾ। ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਦ੍ਰਿੜ ਕੀਤਾ ਉਹਨਾਂ ਨੇ ਪਰਮ ਪਦ ਪਾਇਆ, ਕੇਵਲ ਮੋਕਸ਼ ਨੂੰ ਪਾ ਲਿਆ। ਦੁਤੀਆ ਗਏ, ਦਵੈਤ ਚਲੇਗੀ ਮਨ ਦੇ ਵਿੱਚੋਂ, ਤੇ ਦੁਨੀਆ ਦੇ ਤਮਾਮ ਸੁੱਖ ਉਹਨਾਂ ਨੂੰ ਮਿਲੇ ਨੇ। ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਠੰਡੇ ਬੁਰਜ ਦੇ ਵਿੱਚ ਕੈਦ ਨੇ। ਇੱਥੇ ਗੁਰੂ ਦਾ ਨਿਮਾਣਾ ਤੇ ਨਤਾਣਾ ਸਿੱਖ ਰਹਿੰਦਾ ਭਾਈ ਮੋਤੀ ਰਾਮ, ਤੇ ਮਹਿਰਾ ਇਸ ਦੀ